हेलो दोस्तों, वेलकम टू सिद्धि पंजाब। ਤੇ ਅੱਜ ਆਪਾਂ 15 ਤੋਂ ਲੈ ਕੇ 17 ਜੁਲਾਈ ਤੱਕ ਦੇ ਜਿਹੜੇ ਇੰਪੋਰਟੈਂਟ ਕਰੰਟ ਅਫੇਅਰਸ ਆ ਸਾਰੇ ਇਸ ਡਿਸਕਸ਼ਨ 'ਚ ਡਿਸਕਸ ਕਰਾਂਗੇ। ਅੱਗੇ ਵਧਣ ਤੋਂ ਪਹਿਲਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਸਾਡਾ ਚੈਨਲ, ਜਿੰਨਾ ਇਹ ਲੋਕਾਂ ਨਾਲ ਸ਼ੇਅਰ ਕਰ ਸਕਦੇ ਹੋ। ਪਲੀਜ਼ ਸਬਸਕ੍ਰਾਈਬ ਦਾ ਚੈਨਲ ਵਿਦ ਐਵਰੀ ਸਿਵਲ ਸਰਵਿਸਿਜ਼ ਐਸਪੀਰੈਂਟ ਐਂਡ ਆਲਸੋ ਮਲਟੀਪਲ ਕੋਰਸਿਸ ਸਾਡੇ ਸਿੱਧੀ ਪੰਜਾਬ ਤੇ ਚੱਲ ਰਹੇ ਨੇ। ਮੈਂਟਰਸ਼ਿਪ ਪ੍ਰੋਗਰਾਮ ਤੁਹਾਨੂੰ ਗਾਈਡੈਂਸ ਦੇਣ ਲਈ ਕਿ ਕਿਵੇਂ ਸਹੀ ਤਰੀਕੇ ਨਾਲ ਤਿਆਰੀ ਕੀਤੀ ਜਾਵੇ ਤਾਂ ਕਿ ਤੁਸੀਂ ਆਪਦੇ ਵੈਰੀ ਫਰਸਟ ਅਟੈਂਪਟ 'ਚ ਕਲੀਅਰ ਕਰ ਸਕੋ ਐਂਡ ਫੇਲੀਅਰ ਦੇ ਸਾਈਕਲ ਵਿੱਚ ਨਾ ਫਸੋ। ਰਾਈਟ। ਸੋ ਇਹ ਬਹੁਤ ਅੱਛਾ ਪ੍ਰੋਗਰਾਮ ਹੈ ਜਿਹੜਾ ਕਿ ਬੱਚਿਆਂ ਨੂੰ ਹਰ ਇੱਕ ਮਾਈਨਿਊਟ ਡਿਟੇਲ ਸਿਵਲ ਸਰਵਿਸਿਜ਼ ਦੀ ਕਰਨ ਵਿੱਚ ਹੈਲਪ ਕਰੇਗਾ। ਤੁਸੀਂ ਨਿਊਜ਼ਪੇਪਰ ਤੇ ਟਾਈਮ ਟੇਕਨ ਕਿਵੇਂ ਘਟਾ ਸਕਦੇ ਹੋ, ਆਨਸਰਸ ਨੂੰ ਬੈਟਰ ਕਿਵੇਂ ਬਣਾ ਸਕਦੇ ਹੋ, ਆਪਦੇ ਐਸੇਜ਼ ਨੂੰ ਬੈਟਰ ਕਿਵੇਂ ਬਣਾ ਸਕਦੇ ਹੋ, everything will be discussed under this program. I'll be giving my notes to you. I'll be sharing my answer sheets and other toppers content with you so that you can streamline your own preparation. ਰਾਈਟ। ਐਵੇਂ ਹੀ ਅਗਰ ਤੁਹਾਨੂੰ ਟੈਸਟ ਸੀਰੀਜ਼ ਦੀ ਜ਼ਰੂਰਤ ਹੈ, ਅਸੀਂ ਕੰਪਰੀਹੈਂਸਿਵ ਟੈਸਟ ਸੀਰੀਜ਼ ਲਾਂਚ ਕਰ ਰੱਖੀ ਹੈ ਆਲਰੇਡੀ। ਯੂ ਕੈਨ ਜੁਆਇਨ ਦਿਸ ਆਲਸੋ ਐਂਡ ਜੀਐਸ ਫੁੱਲ ਕੋਰਸ ਵੀ ਸਾਡੇ ਕੋਲ ਆਨਲਾਈਨ ਆਫਲਾਈਨ ਮੋਡ 'ਚ ਅਵੇਲੇਬਲ ਹੈ। ਸੋ ਇਫ ਯੂ ਆਰ ਇਨ ਨੀਡ ਆਫ ਐਨੀਥਿੰਗ ਜਸਟ ਮੈਸੇਜ ਅਸ ਔਨ ਦਿਸ ਨੰਬਰ, we'll give you all the details that you require. You can check our website also for preliminary information, previous year questions ਜਾਂ ਹੋਰ ਕੋਈ content books ਵਗੈਰਾ ਤੁਹਾਨੂੰ ਚਾਹੀਦੀਆਂ ਹੈ, you will get it on the website also. Right. So contact us on this number if you are in need of anything related to Punjab PCS preparation or UPSC or any other state civil examination. We are there to help you. Right. Now let's see कि आज दे topics क्या है ਜਿਹੜੇ ਆਪਾਂ डिस्कस ਕਰਨ ਵਾਲੇ हैं। तो फ्लडिंग ਤੇ ਕਾਫੀ ਸਾਰੇ ਆਰਟੀਕਲਸ ਆ ਰਹੇ ਨੇ, ਤਾਂ ਵੈਸੇ ਤਾਂ ਆਪਾਂ ਡਿਟੇਲ ਚ ਆਲਰੇਡੀ ਡਿਸਕਸ ਕਰ ਚੁੱਕੇ हैं। आई होप ਤੁਸੀਂ ਦੋ ਟਾਈਮਸ ਪੁਰਾਣੀ ਅਗਰ ਵੀਡੀਓ ਦੇਖੋਗੇ ਤੁਹਾਨੂੰ ਡਿਟੇਲਸ ਮਿਲ ਜਾਣਗੀਆਂ ਤੋਂ ਪਿਛਲੀ ਆਈ ਮੀਨ। ਐਂਡ ਇਸ 'ਚ ਕੁਛ ਨਵੇਂ ਪੁਆਇੰਟਸ ਆਏ ਆ, ਉਹ ਅੱਜ ਆਪਾਂ ਐਡ ਕਰ ਲਵਾਂਗੇ। ਦੈਨ ਇੰਡੀਆ ਫਰਾਂਸ ਰਿਲੇਸ਼ਨਸ ਕਾਫੀ ਇੰਪੋਰਟੈਂਟ ਹੈਗੇ ਆ। 25 years of strategic partnership ਇਸ ਸਾਲ ਆਪਾਂ ਪੂਰੀ ਕੀਤੀ ਹੈ, ਇਸੇ ਲਈ ਪ੍ਰਾਈਮ ਮਿਨਿਸਟਰ ਮੋਦੀ ਵੀ ਫਰਾਂਸ ਵਿੱਚ ਗਏ ਸੀ। ਕਾਫੀ ਨਵੇਂ ਅਗਰੀਮੈਂਟ ਸਾਈਨ ਕੀਤੇ ਗਏ ਜਿਹੜੇ ਕਿ ਸਿਗਨੀਫਿਕੈਂਟ ਹੈ। ਉਹ ਸਾਰੀ ਡਿਟੇਲਸ ਇੱਥੇ ਦੇਖਾਂਗੇ। ਦੈਨ ਜਨ ਵਿਸ਼ਵਾਸ ਅਮੈਂਡਮੈਂਟ ਪ੍ਰੋਵੀਜ਼ਨ ਬਿੱਲ ਜਿਹੜਾ ਹੈ ਡਿਸਕਸ਼ਨ 'ਚ ਚੱਲ ਰਿਹਾ ਹੈ, ਕਾਫੀ ਸਿਗਨੀਫਿਕੈਂਟ ਬਿੱਲ ਹੈ ਸਿਟੀਜ਼ਨ ਐਡਮਿਨਿਸਟ੍ਰੇਸ਼ਨ ਰਿਲੇਸ਼ਨ ਨੂੰ ਇੰਪਰੂਵ ਕਰਨ ਦੇ ਵਿੱਚ। ਸੋ ਇਹਦੇ ਬਾਰੇ ਵੀ ਥੋੜਾ ਦੇਖਾਂਗੇ ਬਰੀਫਲੀ। ਐਂਡ ਚੰਦਰਯਾਨ 3 ਤਾਂ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ, ਤਾਂ ਇਹ ਤੇ ਇੱਕ ਛੋਟਾ ਜਿਹਾ ਡਾਇਗ੍ਰਾਮ ਆਪਾਂ ਅੱਜ ਦੇਖਾਂਗੇ। ਡਿਟੇਲਸ ਆਪਾਂ ਪਹਿਲਾਂ ਵਾਲੀ ਡਿਸਕਸ਼ਨਸ 'ਚ ਆਲਰੇਡੀ ਕਾਫੀ ਡਿਟੇਲ 'ਚ ਇਹਨੂੰ ਡਿਸਕਸ ਕਰ ਰਾਈਟ। ਲੈਟਸ ਸਟਾਰਟ ਵਿਦ ਦ ਫਰਸਟ ਟੌਪਿਕ। ਤਾਂ ਜਿਵੇਂ ਫਲੱਡਿੰਗ ਤੇ ਆਪਾਂ ਡਿਟੇਲ 'ਚ ਡਿਸਕਸ਼ਨ ਕਰ ਚੁੱਕੇ ਹਾਂ, ਇੱਕ ਨਵਾਂ ਆਰਟੀਕਲ ਆਇਆ ਸੀ ਜਿਸ 'ਚ ਦੱਸਿਆ ਗਿਆ ਸੀ ਕਿ ਅੱਗੇ ਚੱਲ ਕੇ ਕਿਆ ਕੀਤਾ ਜਾ ਸਕਦਾ ਹੈ ਫਲੱਡਸ ਦੇ ਇਸ਼ੂ ਨੂੰ ਸੋਲਵ ਕਰਨ ਲਈ, ਰਿਜ਼ੋਲਵ ਕਰਨ ਲਈ, ਪ੍ਰੀਵੈਂਟ ਕਰਨ ਲਈ। ਰਾਈਟ। ਤਾਂ ਉਸ 'ਚ ਸਾਰੇ ਪੁਆਇੰਟਸ ਤੁਸੀਂ ਯੂਜ਼ ਕਰ ਸਕਦੇ ਹੋ। ਫਰਸਟ ਹੈਗਾ ਇਹ ਕਿ ਫਲੱਡ ਪਲੇਨ ਜ਼ੋਨਸ ਨੂੰ, ਫਲੱਡ ਪ੍ਰੋਨ ਜ਼ੋਨਸ ਨੂੰ ਆਇਡੈਂਟੀਫਾਈ ਕਰਨਾ ਚਾਹੀਦਾ ਹੈ। ਦੇਖੋ ਤੁਸੀਂ ਫਲੱਡਸ ਤੋਂ ਤਬਾਹੀ ਨੂੰ ਉਦੋਂ ਹੀ ਬਚਾ ਸਕਦੇ ਹੋ ਅਗਰ ਐਡਮਿਨਿਸਟ੍ਰੇਸ਼ਨ ਜਿਹੜੀ ਆਪਣੀ ਹਰ ਜਗ੍ਹਾ ਤੇ ਦੇਖੇ ਕਿ ਕਿਹੜੇ ਏਰੀਆਜ਼ ਹੈ ਜਿੱਥੇ ਫਲੱਡ ਜ਼ਿਆਦਾ ਆ ਸਕਦੇ ਆ। ਦੇਖੋ ਕਈ ਏਰੀਆਜ਼ ਬਹੁਤ ਲੋ ਲੇਇੰਗ ਏਰੀਆਜ਼ ਹੁੰਦੇ ਆ, ਕਈ ਏਰੀਆਜ਼ ਰਿਵਰ ਦੇ ਬਹੁਤ ਨੇੜੇ ਹੁੰਦੇ ਆ, ਕਈ ਏਰੀਆਜ਼ ਡੈਮ ਵਾਲੇ ਏਰੀਆ ਦੇ ਨੇੜੇ ਹੁੰਦੇ ਹੈ। ਸੋ ਹਮੇਸ਼ਾ ਜਦੋਂ ਬਾਰਿਸ਼ ਆਉਂਦੀ ਹੈ ਇਹੋ ਜਿਹੇ ਏਰੀਆ 'ਚ ਫਲੱਡਿੰਗ ਹੋਣੀ ਬੜੀ ਹੀ ਲਾਜ਼ਮੀ ਹੁੰਦੀ ਹੈ। ਸੋ ਇਹੋ ਜਿਹੇ ਆਪਾਂ ਨੂੰ ਪਹਿਲਾਂ ਏਰੀਆਜ਼ ਆਇਡੈਂਟੀਫਾਈ ਕਰਨੇ ਚਾਹੀਦੇ ਹੈ ਤਾਂ ਕਿ ਆਪਾਂ ਇਹਨਾਂ ਵਿੱਚ ਐਡੀਕੁਏਟ ਮੇਜਰਸ ਲੈ ਸਕੀਏ। ਠੀਕ ਹੈ ਜੀ। ਸਭ ਤੋਂ ਪਹਿਲਾਂ ਜਿਹੜੇ ਸਾਰਿਆਂ ਨਾਲੋਂ ਵਲਨਰੇਬਲ ਏਰੀਆਜ਼ ਹੈ ਉਹ ਆਇਡੈਂਟੀਫਾਈ ਕੀਤੇ ਜਾਣ। ਠੀਕ ਹੈ। ਉਸ ਤੋਂ ਬਾਅਦ ਡਿਵੈਲਪਮੈਂਟ ਜਿਹੜੀ ਆਪਣੀ ਅਨਰੈਗੂਲੇਟਡ ਹੋ ਰਹੀ ਹੈ ਅੱਜ ਕੱਲ। ਆਪਾਂ ਰਿਵਰਸ ਦੇ ਉੱਤੇ ਵੀ, ਰਿਵਰ ਦਾ ਰਸਤਾ ਜਾ ਰਿਹਾ ਹੁੰਦਾ ਹੈ, ਅਗਰ ਥੋੜਾ ਬਹੁਤ ਸੁੱਕ ਵੀ ਗਿਆ ਹੈ ਤਾਂ ਆਪਾਂ ਇੱਥੇ ਖੇਤੀ ਕਰਨ ਲੱਗੇ ਹੈ ਜਾਂ ਇੰਡਸਟਰੀਜ਼ ਸੈਟਅਪ ਕਰ ਦਿੰਦੇ ਹੈ। ਤਾਂ ਫਿਰ ਕੀ ਹੁੰਦਾ, ਜਿਸ ਦਿਨ ਹੜ੍ਹ ਆਉਂਦਾ ਹੈ, ਜਿਸ ਦਿਨ ਐਕਸੈਸ ਬਾਰਿਸ਼ ਹੁੰਦੀ ਹੈ, ਇਹ ਰਿਵਰ ਜਿਹੜੀ ਹੈ ਆਪਦੀ ਬਾਉਂਡਰੀ ਨੂੰ ਬ੍ਰੀਚ ਕਰਦੀ ਹੈ। ਜਿਹੜਾ ਇਹਦੇ ਏਰੀਆ ਵਿੱਚ ਫਲੱਡ ਪਲੇਨ ਦੇ ਏਰੀਆ ਵਿੱਚ ਆਇਆ ਹੁੰਦਾ ਹੈ ਉਹ ਸਭ ਨਾਸ਼ ਹੋ ਜਾਂਦਾ ਹੈ। ਰਾਈਟ। ਸੋ ਇਹ ਬਹੁਤ ਜ਼ਰੂਰੀ ਹੈ ਕਿ ਆਪਣੀ ਡਿਵੈਲਪਮੈਂਟ ਨੂੰ ਆਪਾਂ ਰੈਗੂਲੇਟ ਕਰੀਏ। ਫਲੱਡ ਪਲੇਨਸ ਦੇ ਏਰੀਆ ਵਿੱਚ, ਰਿਵਰ ਦੇ ਨੈਚੁਰਲ ਫਲੋ ਵਾਲੇ ਏਰੀਆ ਵਿੱਚ ਡਿਵੈਲਪਮੈਂਟ ਐਕਟੀਵਿਟੀ, ਐਗਰੀਕਲਚਰ, ਇੰਡਸਟਰੀ ਵਗੈਰਾ ਨਹੀਂ ਹੋਣੀ ਚਾਹੀਦੀ। ਅਦਰਵਾਈਜ਼ ਜਦੋਂ ਵੀ ਭਿਆਨਕ ਬਾਰਿਸ਼ ਹੋਏਗੀ, ਹੜ੍ਹ ਦੇ ਨਾਲ ਇਹ ਸਭ ਜਿਹੜਾ ਹੈ ਡਿਸਟਰੋਏ ਹੋ ਜਾਏਗਾ। ਰਾਈਟ। ਸੋ ਵੀ ਹੈਵ ਟੂ ਰੈਗੂਲੇਟ ਅਵਰ ਡਿਵੈਲਪਮੈਂਟ ਐਕਟੀਵਿਟੀ ਸਪੈਸ਼ਲੀ ਇਨ ਦੀ ਫਲੱਡ ਪਲੇਨ ਜ਼ੋਨ। ਬਹੁਤ ਇੰਪੋਰਟੈਂਟ ਪੁਆਇੰਟ ਹੈ। ਠੀਕ ਹੈ ਜੀ। ਨੈਕਸਟ ਹੈਗਾ ਹੈ ਸੈਂਟਰ ਸਟੇਟ ਨੂੰ ਕੋਆਰਡੀਨੇਟ ਕਰਨਾ ਚਾਹੀਦਾ ਹੈ। ਰਾਈਟ। ਜਿਹੜਾ ਵਾਟਰ ਹੈ ਉਹ ਵੈਸੇ ਸਟੇਟ ਸਬਜੈਕਟ ਹੈ। ਰਾਈਟ। ਤਾਂ ਜ਼ਿਆਦਾਤਰ ਫਲੱਡਿੰਗ ਨਾਲ ਰਿਲੇਟਡ ਸਕੀਮਸ, ਫਲੱਡ ਮੈਨੇਜਮੈਂਟ ਨਾਲ ਰਿਲੇਟਡ ਫੰਡਸ ਤੇ ਸਾਰਾ ਯੂ ਕੈਨ ਸੇ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਸਟੇਟ ਗਵਰਨਮੈਂਟ ਦੁਆਰਾ ਦੇਖੀ ਜਾਂਦੀ ਹੈ, ਬਣਾਈ ਜਾਂਦੀ ਹੈ ਤੇ ਇੰਪਲੀਮੈਂਟ ਕੀਤੀ ਜਾਂਦੀ ਹੈ।
ਸੈਂਟਰ ਗਵਰਨਮੈਂਟ ਜਿਹੜਾ ਹੈ ਪੈਸਾ ਦੇਣ 'ਚ ਹੈਲਪ ਕਰਦਾ ਹੈ, ਟੈਕਨੀਕਲ ਗਾਈਡੈਂਸ ਜਾਂ ਜੋ ਵੀ ਸਟੇਟਸ ਨੂੰ ਰਿਕੁਆਇਰਡ ਹੈ ਉਸ 'ਚ ਹੈਲਪ ਕਰਦਾ ਹੈ। ਤਾਂ ਆਪਾਂ ਚਾਹੁੰਦੇ ਹਾਂ ਕਿ ਅੱਗੇ ਜਾ ਕੇ ਸੈਂਟਰ ਇਸੇ ਤਰੀਕੇ ਨਾਲ ਕੰਪੀਟੀਟਿਵਨੈਸ ਪ੍ਰਮੋਟ ਕਰੇ ਸਟੇਟਸ ਦੇ ਵਿੱਚ। ਜਿਹੜੀ ਸਟੇਟਸ ਜ਼ਿਆਦਾ ਅੱਛੇ ਮੈਜਰਸ ਲੈਂਦੀਆਂ ਨੇ ਫਲੱਡਸ ਨੂੰ ਪ੍ਰੀਵੈਂਟ ਕਰਨ ਲਈ, ਉਹਨਾਂ ਨੂੰ ਏਡ ਜ਼ਿਆਦਾ ਦਿੱਤੀ ਜਾਵੇ, ਉਹਨਾਂ ਨੂੰ ਟੈਕਨੀਕਲ ਅਸਿਸਟੈਂਸ ਜ਼ਿਆਦਾ ਦਿੱਤੀ ਜਾਵੇ, ਪਿਛੜੇ ਰਹਿਣ ਵਾਲੀਆਂ ਸਟੇਟਸ ਨੂੰ ਵੀ ਪੁਸ਼ ਕੀਤਾ ਜਾਵੇ ਟੂ ਕਮ ਅਹੈਡ ਐਂਡ prepare flood management plans। ਠੀਕ ਹੈ, ਸੋ ਬੋਥ ਸੈਂਟਰ ਸਟੇਟ ਦੀਆਂ ਕੋਆਰਡੀਨੇਸ਼ਨ ਸਾਨੂੰ ਰਿਕੁਆਇਰਡ ਹੋਣਗੀਆਂ ਅੱਗੇ ਚੱਲ ਕੇ। ਐਂਡ ਫਾਈਨਲੀ ਓਡੀਸ਼ਾ ਐਕਸਪੀਰੀਅੰਸ ਤੋਂ ਸਾਨੂੰ ਲਰਨ ਕਰਨਾ ਚਾਹੀਦਾ ਹੈ। ਦੇਖੋ ਸਾਈਕਲੋਨ ਇੱਕ ਇਹੋ ਜਿਹੀ ਐਕਟੀਵਿਟੀ ਹੈ ਜਿਹੜਾ ਇੰਡੀਆ ਹਰ ਸਾਲ ਵਿਟਨੈਸ ਕਰਦਾ ਹੈ, ਤੇ ਉੜੀਸਾ ਇੱਕ ਇਹੋ ਜਿਹੀ ਸਟੇਟ ਹੈ ਜਿਹੜੀ ਹਰ ਸਾਲ ਸਾਈਕਲੋਨ ਦਾ ਕਹਿਰ ਤੁਸੀਂ ਕਹਿ ਸਕਦੇ ਹੋ ਵਿਟਨੈਸ ਕਰਦੇ ਹੈ। ਤਾਂ ਉੜੀਸਾ ਨੇ ਇੰਨੀ ਅੱਛੇ ਤਰੀਕੇ ਨਾਲ ਸਾਈਕਲੋਨਸ ਨੂੰ ਮੈਨੇਜ ਕਰਨੇ ਸ਼ੁਰੂ ਕਰ ਦਿੱਤੇ ਹੈ। अर्ਲੀ ਵਾਰਨਿੰਗ ਸਿਸਟਮਸ ਇਹ ਯੂਜ਼ ਕਰਦੇ ਨੇ, ਲੋਕਾਂ ਨੂੰ ਪਹਿਲਾਂ ਹੀ ਅਵੇਅਰ ਕਰ ਦਿੰਦੇ ਹੈ, ਲੋਕਾਂ ਨੂੰ ਪਹਿਲਾਂ ਹੀ ਵੈਕੂਏਟ ਕਰ ਦਿੱਤਾ ਜਾਂਦਾ ਹੈ ਜਿੱਥੇ ਜਿੱਥੇ ਆਣੇ ਹੁੰਦੇ ਆ ਨਾ ਪ੍ਰੋਨ ਏਰੀਆ ਵਿੱਚ, ਵਲਨਰੇਬਲ ਏਰੀਆਜ਼ 'ਚ, ਉੱਥੋਂ ਪਹਿਲਾਂ ਹੀ ਲੋਕਾਂ ਨੂੰ ਵੈਕੂਏਟ ਕਰ ਦਿੱਤਾ ਜਾਂਦਾ ਹੈ। ਇਹਨਾਂ ਨੇ ਸਪੈਸ਼ਲ ਪੰਚਾਇਤਸ ਵੀ ਇਸ ਪਰਪਸ ਲਈ ਆਪਦੀ ਟ੍ਰੇਨ ਕੀਤੀਆਂ ਹੋਈਆਂ ਹੈ, ਆਪਦੀ ਲੋਕਲ ਉੜੀਸਾ ਪੁਲਿਸ ਵੀ ਇਸ ਲਈ ਟ੍ਰੇਨ ਕੀਤੀ ਹੈ, ਇਹਨਾਂ ਦੀ ਸਟੇਟ ਡਿਜ਼ਾਸਟਰ ਰਿਸਪੌਂਸ ਫੋਰਸ ਵੀ ਇਸ ਲਈ ਟ੍ਰੇਨਡ ਹੈ, ਇਹਨਾਂ ਨੇ ਸ਼ੈਲਟਰਸ ਵੀ ਬਣਾਏ ਹੁੰਦੇ ਹੈ, ਕਮਿਊਨਿਟੀ ਕਿਚਨਸ ਵੀ ਸੈਟਅਪ ਕਰ ਦਿੰਦੇ ਆ ਮੌਨਸੂਨ ਵਾਲੇ ਟਾਈਮ ਵਿੱਚ ਜਾਂ ਜਿਸ ਟਾਈਮ ਤੇ ਸਾਈਕਲੋਨਸ ਆਣੇ ਹੁੰਦੇ ਹੈ। ਕਹਿਣ ਦਾ ਮਤਲਬ ਹੈ ਇਹਨਾਂ ਨੇ ਇੰਨੇ ਅੱਛੇ ਤਰੀਕੇ ਨਾਲ ਆਪਦੇ ਸਾਈਕਲੋਨਸ ਨੂੰ ਪ੍ਰੀਵੈਂਟ ਕਰਨ ਦਾ ਮੈਨੇਜਮੈਂਟ ਕੀਤਾ ਹੈ ਜਾਂ ਉਹਦੀ ਡਿਸਟਰਕਸ਼ਨ ਨੂੰ ਪ੍ਰੀਵੈਂਟ ਕਰਨ ਦਾ ਮੈਨੇਜਮੈਂਟ ਕੀਤਾ ਹੈ ਕਿ ਵਰਲਡ ਓਵਰ ਉੜੀਸਾ ਨੂੰ ਆਪਦੇ ਐਫਰਟਸ ਲਈ ਸਰਾਹਿਆ ਜਾਂਦਾ ਹੈ। UN ਨੇ ਵੀ ਇਹਨਾਂ ਦੀ ਸਾਈਕਲੋਨ ਮੈਨੇਜਮੈਂਟ ਨੂੰ ਰਿਕਗਨਾਈਜ਼ ਕੀਤਾ ਹੈ, ਰਾਈਟ। ਤਾਂ ਫਿਰ ਆਪਣਾ ਵੀ ਇਹ ਆਪਣੇ ਲਈ ਵੀ ਇੱਕ ਐਗਜ਼ਾਮਪਲ ਦੀ ਤਰ੍ਹਾਂ ਐਕਟ ਕਰਦੀ ਹੈ, ਜਿਵੇਂ ਉੜੀਸਾ ਸਾਈਕਲੋਨਸ ਨੂੰ ਮੈਨੇਜ ਕਰਦਾ ਹੈ, ਇਹਨੇ ਲੇਟੈਸਟ ਬਿਪਰਜੋਏ ਸਾਈਕਲੋਨ ਨੂੰ ਮੈਨੇਜ ਕੀਤਾ ਹੈ। ਉਸੇ ਤਰੀਕੇ ਨਾਲ ਸਾਨੂੰ ਫਲੱਡਸ ਦੀ ਮੈਨੇਜਮੈਂਟ ਕਰਨੀ ਚਾਹੀਦੀ ਹੈ, ਕਿਉਂਕਿ ਇਹ ਕੁਦਰਤੀ ਜੋ ਚੀਜ਼ਾਂ ਹੈ, ਡਿਜ਼ਾਸਟਰਸ ਹੈ, ਇਹ ਆਉਂਦੇ ਤਾਂ ਰਹਿਣਗੇ, ਆਪਾਂ ਇਹਨਾਂ ਨੂੰ ਰੋਕ ਤਾਂ ਨਹੀਂ ਸਕਦੇ, ਬਟ ਇਹਨਾਂ ਦੇ ਇੰਪੈਕਟ ਨੂੰ ਤਾਂ ਘੱਟ ਕਰ ਸਕਦੇ ਹੈ। ਹਾਊ? ਬਾਈ ਮੈਨੇਜਿੰਗ ਦੀ ਡਿਜ਼ਾਸਟਰਸ ਵੈਲ, ਲਾਈਕ ਉੜੀਸਾ ਡਜ਼ ਇਨ ਦੀ ਕੇਸ ਆਫ ਸਾਈਕਲੋਨ। ਲੋਕ ਵੀ ਨਹੀਂ ਮਰਦੇ, ਇਨਫਰਾਸਟਰਕਚਰ ਵੀ ਮਿਨੀਮਲ ਲੈਵਲ ਤੱਕ ਇਫੈਕਟ ਹੁੰਦਾ ਹੈ। ਤਾਂ ਆਪਾਂ ਸੇਮ ਫਲੱਡ ਮੈਨੇਜਮੈਂਟ ਤੇ ਅਗਰ ਪ੍ਰੈਕਟਿਸਿਸ ਅਪਣਾਈਏ ਵੀ ਕੈਨ ਡੂ ਦ ਸੇਮ। ਠੀਕ ਹੈ ਜੀ, ਇਹ ਚਾਰੋਂ ਪੁਆਇੰਟਸ ਤੁਸੀਂ ਫਲੱਡਿੰਗ ਵਾਲੇ ਆਨਸਰਸ ਵਿੱਚ ਯੂਜ਼ ਕਰ ਸਕਦੇ ਹੋ। ਰਾਈਟ ਨਾਓ ਪ੍ਰੀਲਿਮਸ ਦੇ ਪਰਸਪੈਕਟਿਵ ਤੋਂ ਥੋੜਾ ਜਿਹਾ ਕੁਐਸਚਨ ਆ ਸਕਦਾ ਹੈ ਇਹ। ਤਾਂ ਹੇਅਰ ਪ੍ਰਾਈਮ ਮਿਨਿਸਟਰ ਮੋਦੀ ਹੈਜ਼ ਬੀਨ ਗਿਵਨ ਫਰਾਂਸ ਦਾ ਹਾਈਐਸਟ ਸਿਵਿਲੀਅਨ ਔਨਰ, ਜਿਹਦਾ ਨਾਮ ਹੈ ਗ੍ਰੈਂਡ ਕ੍ਰਾਸ ਆਫ ਲੀਜਨ। ਰਾਈਟ, ਇਹ ਅਵਾਰਡ ਜਾਂ ਤੁਸੀਂ ਕਹਿ ਸਕਦੇ ਹੋ ਔਨਰ ਜਿਹੜਾ ਹੈ ਫਰਾਂਸ ਦਾ ਹਾਈਐਸਟ ਔਨਰ ਪ੍ਰਾਈਮ ਮਿਨਿਸਟਰ ਮੋਦੀ ਨੂੰ ਦਿੱਤਾ ਗਿਆ ਹੈ। ਇਹ ਹਰ ਕਿਸੇ ਨੂੰ ਨਹੀਂ ਦਿੰਦੇ ਹੈ, ਬਟ ਬਹੁਤ ਹੀ ਕੁਝ ਚੁਣਿੰਦਾ ਐਮੀਨੈਂਟ ਪਰਸਨੈਲਿਟੀਜ਼ ਜੋ ਵਰਲਡ ਓਵਰ ਫਰਾਂਸ ਨੇ ਦਿੱਤਾ ਹੈ, ਲਾਈਕ ਨੈਲਸਨ ਮੰਡੇਲਾ ਹੋ ਗਏ, ਕਿੰਗ ਚਾਰਲਸ ਹੋ ਗਏ ਬ੍ਰਿਟੇਨ ਦੇ, ਐਂਜਲਾ ਮਾਰਕਲ ਜਰਮਨੀ ਦੀ ਪਹਿਲਾਂ ਵਾਲੀ ਚਾਂਸਲਰ ਹੋ ਗਿਆ। ਤਾਂ ਜੋ ਵੱਡੇ ਵੱਡੇ ਲੋਕ ਹੈ ਉਹਨਾਂ ਨੂੰ ਹੀ ਰਿਸਪੈਕਟ ਵਜੋਂ ਇਹ ਦਿੱਤਾ ਜਾਂਦਾ ਹੈ ਫਰਾਂਸ ਦੁਆਰਾ। ਤੇ ਹੁਣ ਇਹਨਾਂ ਨੇ ਪ੍ਰਾਈਮ ਮਿਨਿਸਟਰ ਮੋਦੀ ਨਾਲ ਮਤਲਬ ਇੰਡੀਆ ਨਾਲ ਆਪਦੇ ਰਿਲੇਸ਼ਨਸ ਨੂੰ ਹਾਈਲਾਈਟ ਕਰਨ ਲਈ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੂੰ ਵੀ ਦਿੱਤਾ ਹੈ, ਰਾਈਟ। ਤਾਂ ਪ੍ਰੀਲਿਮਸ 'ਚ ਆ ਸਕਦਾ ਹੈ, ਤਾਂ ਇਹਨੂੰ ਯਾਦ ਰੱਖਣਾ ਹੈ ਆਪਾਂ। ਉਸ ਤੋਂ ਬਾਅਦ ਨਾਓ ਇਹ ਬਹੁਤ ਇੰਪੋਰਟੈਂਟ ਹੈ, ਇੰਡੀਆ ਫਰਾਂਸ ਨੇ ਦੇਖੋ ਅੱਜ ਇਸ ਸਾਲ 2023 ਵਿੱਚ 25 ਸਾਲ ਆਫ देयर स्ट्रैटेजिक पार्टनरशिप they have completed। ठीक है, so now PM Modi has described the bilateral relation as strong, trusted and consistent। consistent ਬਹੁਤ ਇੰਪੋਰਟੈਂਟ ਹੈ। ਜਦੋਂ ਦਾ ਇੰਡੀਆ ਆਜ਼ਾਦ ਹੋਇਆ ਹੈ 1947 ਤੋਂ ਤੁਸੀਂ ਕਹਿ ਸਕਦੇ ਹੋ ਫਰਾਂਸ ਹੀ ਇੱਕ ਇਹੋ ਜਿਹੀ ਕੰਟਰੀ ਰਹੀ ਹੈ ਜਿਹਦੇ ਨਾਲ ਸਾਡੇ ਪੋਜ਼ਿਟਿਵ ਰਿਲੇਸ਼ਨਸ ਰਹੇ ਨੇ, ਪ੍ਰੋਡਕਟਿਵ ਰਿਲੇਸ਼ਨਸ ਰਹੇ ਨੇ। ਸ਼ੁਰੂ ਤੋਂ ਫਰਾਂਸ ਨੇ ਹਮੇਸ਼ਾ ਇੰਡੀਆ ਦੀ ਹੈਲਪ ਕੀਤੀ ਹੈ, ਸਪੈਸ਼ਲੀ ਡਿਫੈਂਸ ਏਰੀਆ ਵਿੱਚ। ਨਿਊਕਲੀਅਰ એનર્ਜੀ ਦੇ ਟੈਸਟ ਜਦੋਂ ਇੰਡੀਆ ਨੇ ਨਿਊਕਲੀਅਰ ਬੰਬਸ ਵੀ ਆਪਦੇ ਟੈਸਟ ਕੀਤੇ ਸੀ, ਉਦੋਂ ਵੀ ਸਾਰੀ ਦੁਨੀਆ ਨੇ ਮੂੰਹ ਮੋੜ ਲਿਆ ਸੀ, ਸਪੈਸ਼ਲੀ ਵੈਸਟਰਨ ਵਰਲਡ ਨੇ। ਤਾਂ ਉਸ ਟਾਈਮ ਤੇ ਇਹ ਵੀ ਫਰਾਂਸ ਹੀ ਇੱਕ ਕੰਟਰੀ ਸੀ ਜਿਹੜੀ ਫੇਰ ਵੀ ਇੰਡੀਆ ਦੇ ਨਾਲ ਖੜੀ ਸੀ, ਰਾਈਟ। ਸੋ ਫਰਾਂਸ ਨੇ ਅੱਜ ਤੱਕ ਕੰਸਿਸਟੈਂਟਲੀ ਇੰਡੀਆ ਦਾ ਸਪੋਰਟ ਕੀਤਾ ਹੈ, ਇਸੇ ਲਈ ਇਹ ਵਰਡ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਨੇ ਇਹ ਵਰਡ ਚੁਣਿਆ ਹੈ ਕੰਸਿਸਟੈਂਟ, ਟਰਸਟਡ, ਇਹ ਬਹੁਤ ਹੀ ਰਾਈਟ ਸਟੇਟਮੈਂਟ ਹੈ। You can always use this statement while writing your answers। ਠੀਕ ਹੈ, ਇਹਨੂੰ ਯਾਦ ਰੱਖੋ। ਠੀਕ ਹੈ ਜੀ, ਸੋ ਇਹੀ ਸਾਰੇ ਹਿਸਟੋਰੀਕਲ ਬੈਕਗਰਾਉਂਡ ਇੱਥੇ ਦਿੱਤਾ ਹੋਇਆ, ਯੂ ਕੈਨ ਰੀਡ ਦਿਸ ਇਨ ਡਿਟੇਲ। ਬਾਕੀ ਇਸ ਵਾਰ ਜਦੋਂ ਹੁਣ ਪ੍ਰਾਈਮ ਮਿਨਿਸਟਰ ਮੋਦੀ ਫਰਾਂਸ ਵਿੱਚ ਗਏ ਹੋਏ ਸੀ ਤਾਂ ਨੰਬਰ ਆਫ ਅਗਰੀਮੈਂਟਸ ਤੇ ਸਲਾਹਾਂ MOUs ਵਗੈਰਾ ਸਾਈਨ ਹੋਏ ਨੇ। ਤਾਂ ਇਹ ਰੋਡ ਮੈਪ ਪੂਰਾ ਲੇ ਡਾਊਨ ਕੀਤਾ ਗਿਆ ਹੈ ਟਿਲ 2047 ਤੱਕ, ਜਦੋਂ
ਇੰਡੀਆ ਫਰਾਂਸ ਦੇ ਇੰਡੀਆ ਦੇ 100 ਸਾਲ ਆਫ ਇੰਡੀਪੈਂਡੈਂਸ ਪੂਰੇ ਹੋਣਗੇ, ਸਾਡੇ ਇੰਡੀਆ ਫਰਾਂਸ ਦੇ 100 ਸਾਲ ਆਫ ਡਿਪਲੋਮੈਟਿਕ ਰਿਲੇਸ਼ਨਸ ਪੂਰੇ ਹੋਣਗੇ, ਤੇ 50 ਸਾਲ ਇੰਡੀਆ ਫਰਾਂਸ ਦੀ ਸਟ੍ਰੈਟੇਜਿਕ ਪਾਰਟਨਰਸ਼ਿਪ ਨੂੰ ਹੋ ਜਾਣਗੇ। ਤਾਂ 2047 ਤੱਕ ਇਹਨਾਂ ਨੇ ਇਹ ਸਭ ਅਚੀਵ ਕਰਨਾ ਹੈ ਜਿਹੜਾ ਇਸ ਰੋਡ ਮੈਪ ਦੇ ਥਰੂ ਪ੍ਰੈਜ਼ੈਂਟ ਕੀਤਾ ਹੈ ਦੋਨਾਂ ਕੰਟਰੀਜ਼ ਨੇ, ਰਾਈਟ। ਤਾਂ ਇਹ ਪੂਰੇ ਰੋਡ ਮੈਪ ਨੂੰ 3 ਬ੍ਰੌਡ ਪਿਲਰਸ 'ਚ ਡਿਵਾਈਡ ਕੀਤਾ ਹੈ, ਦੈਟ ਇਜ਼ ਪਾਰਟਨਰਸ਼ਿਪ ਫॉर ਸਿਕਿਉਰਿਟੀ ਐਂਡ ਸੋਵਰੈਨਿਟੀ, ਦੋਨੋਂ ਕੰਟਰੀਜ਼ ਸਿਕਿਉਰਿਟੀ ਤੇ ਸੋਵਰੈਨਿਟੀ ਇਨਸ਼ੋਰ ਕਰਨ 'ਚ ਇੱਕ ਦੂਸਰੇ ਨਾਲ ਕੋਲੈਬੋਰੇਟ ਕਰਨਗੀਆਂ। ਪਾਰਟਨਰਸ਼ਿਪ ਫॉर ਪਲੈਨਟ ਨੂੰ ਸੇਫਗਾਰਡ ਕਰਨ ਲਈ ਦੋਨੋਂ ਕੰਟਰੀਜ਼ ਕੋਲੈਬੋਰੇਟ ਕਰਨਗੀਆਂ। ਤੇ ਫਾਈਨਲੀ ਪਾਰਟਨਰਸ਼ਿਪ ਫॉर ਪੀਪਲ, ਇੱਕ ਦੂਸਰੇ ਦੇ ਲੋਕਾਂ ਦਾ ਇੰਟਰਸਟ ਸੇਫਗਾਰਡ ਕਰਨ ਲਈ, ਇੰਟਰਸਟ ਅੱਗੇ ਵਧਾਉਣ ਲਈ ਦੋਨੋਂ ਕੰਟਰੀਆਂ ਜਿਹੜੀਆਂ ਹੈ ਕੋਆਪਰੇਟ ਕਰਨਗੀਆਂ, ਠੀਕ ਹੈ। ਤਾਂ ਇਹਨਾਂ ਦੇ ਅੰਡਰ, ਇਹਨਾਂ 3 ਪਿਲਰਸ ਦੇ ਅੰਡਰ ਸੈਵਰਲ ਅਗਰੀਮੈਂਟਸ ਹੈਵ ਬੀਨ ਸਾਈਨਡ, ਠੀਕ ਹੈ। ਜਿਵੇਂ ਤੁਸੀਂ ਸਿਕਿਉਰਿਟੀ ਸੈਕਟਰ 'ਚ ਦੇਖੋ, ਡਿਫੈਂਸ ਦੇ ਏਰੀਆ 'ਚ ਅਗਰੀਮੈਂਟ ਸਾਈਨ ਕੀਤਾ ਗਿਆ ਹੈ, ਅਸੀਂ ਇਹਨਾਂ ਤੋਂ ਰਫੇਲ ਜੈਟ ਲਵਾਂਗੇ। ਸਾਡਾ ਆਲਰੇਡੀ ਸਬਮਰੀਨ P-75 ਬਹੁਤ ਇੰਪੋਰਟੈਂਟ ਪ੍ਰੋਗਰਾਮ ਹੈ। P-75 ਪ੍ਰੋਗਰਾਮ ਸਬਮਰੀਨਸ ਅਕਵਾਇਰ ਕਰਨ ਦਾ, ਆਈ ਮੀਨ ਮੇਡ ਇਨ ਇੰਡੀਆ ਸਬਮਰੀਨਸ, ਫ੍ਰੈਂਚ ਕੰਪਨੀਜ਼, ਫ੍ਰੈਂਚ ਟੈਕਨੋਲੋਜੀ ਦੇ ਥਰੂ ਇੰਡੀਆ ਦੇ ਵਿੱਚ ਸਬਮਰੀਨਸ ਬਣ ਰਹੀਆਂ ਹੈ ਇੰਡੀਅਨ ਨੇਵੀ ਲਈ, ਇਹ ਅੱਗੇ ਲਿਖ ਕੇ ਜਾਇਆ ਜਾਏਗਾ। ਸੋ ਡਿਫੈਂਸ ਦੇ ਸੈਕਟਰ 'ਚ ਇਸ ਤਰੀਕੇ ਨਾਲ ਪਾਰਟਿਸਿਪੇਟ ਕਰਨਗੇ। ਸਪੇਸ ਦੇ ਸੈਕਟਰ ਵਿੱਚ ਇੰਡੀਆ ਦੀ ਇਸਰੋ, ਫਰਾਂਸ ਦੀ CNS ਕੰਪਨੀ ਜਿਹੜੀ ਹੈ, ਸਪੇਸ ਰਿਸਰਚ ਆਰਗੇਨਾਈਜੇਸ਼ਨ ਜਿਹੜੀ ਹੈ, ਮਿਲ ਕੇ ਕੰਮ ਕਰਨਗੀਆਂ। ਕ੍ਰਿਸ਼ਨਾ ਇਹਨਾਂ ਦੀ ਅਰਥ ਆਬਜ਼ਰਵੇਸ਼ਨ ਸੈਟੇਲਾਈਟ ਹੈ ਜਿਹੜੀ ਦੋਨੋਂ ਮਿਲ ਕੇ ਅੱਗੇ ਵਧਾਉਣਗੀਆਂ ਜਾਂ ਲਾਂਚ ਕਰਨਗੀਆਂ, ਠੀਕ ਹੈ। ਬਹੁਤ ਇੰਪੋਰਟੈਂਟ ਹੈ, ਪ੍ਰੀਲਿਮਸ ਦਾ ਕੁਐਸਚਨ ਆ ਸਕਦਾ ਹੈ। ਇੰਡੀਆ US ਦੀ ਜਿਹੜੀ ਜੁਆਇੰਟ ਸੈਟੇਲਾਈਟ ਹੈ ਨਿਸਾਰ, ਬਹੁਤ ਇੰਪੋਰਟੈਂਟ, ਇਹ ਤੇ ਆਲਰੇਡੀ ਪ੍ਰੀਲਿਮਸ 'ਚ ਕੁਐਸਚਨ ਆ ਚੁੱਕਿਆ ਹੈ। ਤੋ ਉਸੇ ਤਰੀਕੇ ਨਾਲ ਹੁਣ ਇੰਡੀਆ ਫਰਾਂਸ ਰਿਲੇਸ਼ਨ ਦੀ ਤ੍ਰਿਸ਼ਨਾ ਤੇ ਹੀ ਆ ਸਕਦਾ ਹੈ, ਠੀਕ ਹੈ। ਸੋ ਆਪਾਂ ਡਿਸਕਸ ਕਰ ਰਹੇ ਹਾਂ ਦੋਨਾਂ ਦੇ ਅਗਰੀਮੈਂਟਸ। ਡਿਫੈਂਸ ਸੈਕਟਰ 'ਚ ਹੋਏ ਨੇ ਜੈਟਸ ਐਂਡ ਸਬਮਰੀਨਸ, ਸਪੇਸ ਸੈਕਟਰ ਵਿੱਚ ਦੋਨੋਂ ਰਿਸਰਚ, ਸਪੇਸ ਰਿਸਰਚ ਏਜੰਸੀਜ਼ 'ਚ ਪਾਰਟਨਰਸ਼ਿਪ, ਤ੍ਰਿਸ਼ਨਾ, ਐਂਟੀ ਕੋਲੀਜਨ, ਸਪੇਸ ਦੇ ਵਿੱਚ ਕੋਲਾਈਡ ਸੈਟੇਲਾਈਟਸ ਵਗੈਰਾ ਕੋਲਾਈਡ ਹੁੰਦੀਆਂ ਰਹਿੰਦੀਆਂ, ਉਸ ਰਿਸਕ ਨੂੰ ਘਟਾਉਣ ਲਈ ਦੋਨੋਂ ਕੰਟਰੀਜ਼ ਕੋਆਪਰੇਟ ਕਰਨਗੀਆਂ। ਮੈਰੀਟਾਈਮ ਸਰਵੇਲੈਂਸ ਲਈ ਸੈਟੇਲਾਈਟਸ ਦੋਨੋਂ ਲਾਂਚ ਕਰਨਗੀਆਂ, ਰਾਈਟ। ਉਸ ਤੋਂ ਬਾਅਦ ਇੰਡੋ ਪੈਸੀਫਿਕ ਇੱਕ ਏਰੀਆ, ਕਾਮਨ ਏਰੀਆ ਆਫ ਇੰਟਰਸਟ ਹੈ, ਇਸ 'ਚ ਦੋਨੋਂ ਕੰਟਰੀਜ਼ ਦੇ ਇੰਟਰਸਟ ਨੂੰ ਇਨਸ਼ੋਰ ਕਰਨ ਲਈ ਚਾਈਨਾ ਜਿਹੀ ਕੰਟਰੀ ਜਿਹੜੀ ਹੈ ਉਹ ਇਸ ਏਰੀਆ ਵਿੱਚ ਜ਼ਿਆਦਾ ਇੰਪੈਕਟ ਨਾ ਕਰ ਪਾਵੇ ਦੋਨਾਂ ਦੇ ਇੰਟਰਸਟ ਨੂੰ, ਇਹ ਅਗਰੀਮੈਂਟ ਸਾਈਨ ਕੀਤਾ ਗਿਆ ਹੈ। ਦੈਨ ਕਾਊਂਟਰ ਟੈਰਰਿਜ਼ਮ ਦੋਨੋਂ ਹੀ ਕੰਟਰੀਜ਼ ਨੂੰ ਕਾਫੀ ਇੰਪੈਕਟ ਕਰਦਾ ਹੈ। ਤੁਸੀਂ ਦੇਖੋ ਫਰਾਂਸ 'ਚ ਵੀ ਲੋਨ ਵੁਲਫ ਅਟੈਕਸ ਦੇਖੇ ਗਏ ਹੈ, ਇੰਡੀਆ 'ਚ ਵੀ ਵੱਡੇ ਵੱਡੇ ਟੈਰਰਿਸਟ ਅਟੈਕਸ ਹੁੰਦੇ ਰਹੇ ਨੇ। ਤਾਂ ਇਸ ਲਈ ਟੈਰਰਿਜ਼ਮ ਨੂੰ ਕਾਊਂਟਰ ਕਰਨ ਲਈ ਦੋਨੋਂ ਕੰਟਰੀਜ਼ ਕੋਆਪਰੇਟ ਕਰਨਗੀਆਂ। ਨਿਊਕਲੀਅਰ ਟੈਕਨੋਲੋਜੀ, ਸਿਵਲ ਨਿਊਕਲੀਅਰ ਟੈਕਨੋਲੋਜੀ ਨੂੰ ਅੱਗੇ ਵਧਾਉਣ 'ਚ, ਜਿਵੇਂ ਇੰਡੀਆ 'ਚ ਜੋ ਜੈਤਾਪੁਰ 'ਚ ਪਲਾਂਟ ਹੈ, ਨਿਊਕਲੀਅਰ ਪਲਾਂਟ ਜੈਤਾਪੁਰ ਵਿਚ ਇਜ਼ ਲੋਕੇਟਡ ਇਨ ਮਹਾਰਾਸ਼ਟਰਾ, ਉੱਥੇ ਫਰਾਂਸ ਦੀ ਹੈਲਪ ਨਾਲ ਹੀ ਅਸੀਂ ਜਿਹੜਾ ਹੈ ਨਿਊਕਲੀਅਰ ਐਨਰਜੀ ਪਾਵਰ ਪਲਾਂਟ ਐਸਟੈਬਲਿਸ਼ ਕਰ ਰਹੇ ਹਾਂ, ਠੀਕ ਹੈ ਜੀ। ਉਸ ਤੋਂ ਬਾਅਦ ਕ੍ਰਿਟੀਕਲ ਟੈਕਨੋਲੋਜੀ ਦੇ ਏਰੀਆ ਵਿੱਚ ਦੋਨੋਂ ਕੰਟਰੀਜ਼ ਕੋਲੈਬੋਰੇਟ ਕਰਨਗੀਆਂ। ਕ੍ਰਿਟੀਕਲ ਟੈਕਨੋਲੋਜੀ ਜਿਹੜੀਆਂ ਅੱਜ ਦੀਆਂ ਐਮਰਜਿੰਗ ਟੈਕਨੋਲੋਜੀਜ਼ ਹੈ, ਜਿਵੇਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ, ਕੁਆਂਟਮ ਕੰਪਿਊਟਿੰਗ, ਸੁਪਰ ਕੰਪਿਊਟਰਸ, ਕਲਾਊਡ ਕੰਪਿਊਟਿੰਗ, ਇਹਨਾਂ ਸਭ ਤੇ ਦੋਨੋਂ ਕੰਟਰੀਜ਼ ਕੋਲੈਬੋਰੇਟ ਕਰਨਗੀਆਂ। ਐਂਡ ਦੈਨ ਸਿਵਲ ਐਵੀਏਸ਼ਨ ਦੇ ਏਰੀਆ ਵਿੱਚ, ਠੀਕ ਹੈ। ਇਹ ਸਭ ਪੁਆਇੰਟਸ ਤੁਸੀਂ ਯਾਦ ਰੱਖਣੇ ਹੈ ਇਨ ਸਿਕਿਉਰਿਟੀ ਐਂਡ ਸੋਵਰੈਨਿਟੀ, ਰਾਈਟ। ਪਲੈਨਟ ਦੇ ਲਈ ਦੇਖੋ ਪਲਾਸਟਿਕ ਪੋਲਿਊਸ਼ਨ ਬਹੁਤ ਵੱਡਾ ਇਸ਼ੂ ਹੈ, ਉਹ ਤੇ ਦੋਨੋਂ ਕੰਟਰੀਜ਼ ਕੰਮ ਕਰਨ ਦਾ ਇਹਨਾਂ ਨੇ ਅਗਰੀਮੈਂਟ ਕੀਤਾ ਹੈ। ਸੈਕੰਡਲੀ ਹੈਲਥ ਵਿੱਚ ਕਾਫੀ ਜ਼ਿਆਦਾ ਇੰਪੈਕਟ ਹੋ ਰਿਹਾ ਹੈ, ਹੁਣ ਤੁਸੀਂ ਦੇਖੋ ਕੋਵਿਡ ਕਰਕੇ ਕਿੰਨਾ ਇੰਪੈਕਟ ਹੋਇਆ ਸੀ ਪੂਰੀ ਦੁਨੀਆ ਤੇ, ਰਾਈਟ। ਇਸ ਤਰੀਕੇ ਨਾਲ ਹੈਲਥ ਦੇ ਏਰੀਆ 'ਚ ਕੋਆਪਰੇਸ਼ਨ ਬਹੁਤ ਜ਼ਰੂਰੀ ਹੈ। ਤਾਂ ਇਸੇ ਲਈ ਹੈਲਥ ਦੇ ਏਰੀਆ 'ਚ ਵੀ ਲੈਟਰ ਆਫ ਇੰਟੈਂਟ ਸਾਈਨ ਕੀਤਾ ਗਿਆ ਹੈ ਕਿ ਅੱਗੇ ਚੱਲ ਕੇ ਦੋਨੋਂ ਕੰਟਰੀਜ਼ ਹਸਪੀਟਲਸ, ਮੈਡੀਕਲ ਰਿਸਰਚ, ਡਿਜੀਟਲ ਟੈਕਨੋਲੋਜੀ, ਬਾਇਓਟੈਕਨੋਲੋਜੀ ਦੇ ਏਰੀਆ ਵਿੱਚ ਇੱਕ ਦੂਸਰੇ ਨਾਲ ਕੋਲੈਬੋਰੇਟ ਕਰਨ ਦੀ ਕੋਸ਼ਿਸ਼ ਕਰਨਗੀਆਂ, ਠੀਕ ਹੈ ਜੀ। ਲਾਸਟ ਬਚ ਗਿਆ ਪਾਰਟਨਰਸ਼ਿਪ ਫॉर ਪੀਪਲ, ਇਹਦੇ ਅੰਡਰ ਵੀ ਕਾਫੀ ਸਾਰੇ ਮੈਜਰਸ ਲਿੱਤੇ ਗਏ। ਸਭ ਤੋਂ ਪਹਿਲਾਂ ਤਾਂ ਇੰਡੀਅਨ ਸਟੂਡੈਂਟਸ ਲਈ ਫਾਇਦਾ ਕੀਤਾ ਗਿਆ ਹੈ ਕਿ ਇੰਡੀਅਨ ਸਟੂਡੈਂਟਸ ਜਿਹੜੇ ਨੇ, ਇੱਕ ਤਾਂ ਉਹਨਾਂ ਨੂੰ ਇਨਕਰੀਜ਼ਿੰਗਲੀ ਫਰਾਂਸ 'ਚ ਅਲਾਉ ਕੀਤਾ ਜਾਏਗਾ ਫॉर ਸਟੱਡਿੰਗ ਐਂਡ ਫॉर ਗੈਟਿੰਗ ਇੰਪਲੋਇਡ, ਤੇ ਸੈਕੰਡਲੀ ਇੰਡੀਅਨ ਸਟੂਡੈਂਟਸ ਨੂੰ 5 ਈਅਰ ਦਾ ਸ਼ਾਰਟ ਸਟੇ ਸ਼ਨਾਨਗਨ ਵੀਜ਼ਾ ਦਿੱਤਾ ਜਾਏਗਾ। ਆਪਦੀ ਮਾਸਟਰ ਡਿਗਰੀ ਦੇ ਨਾਲ ਉਹ ਕੰਮ ਕਰ ਵੀ ਸਕਣਗੇ 5 ਸਾਲ ਲਈ। ਤਾਂ ਇਹ ਕਾਫੀ ਸਿਗਨੀਫਿਕੈਂਟ ਅਚੀਵਮੈਂਟ ਹੈ ਇੰਡੀਆ ਦੇ ਲਈ, ਕਿਉਂਕਿ ਇੰਡੀਅਨ ਸਟੂਡੈਂਟਸ ਨਾਲ ਇਹ ਹੁੰਦਾ ਕਿ ਉਹ ਬਾਹਰ ਜਾ ਕੇ ਤਾਂ ਪੜ੍ਹਦੇ ਹੈ, ਬਟ ਅਗਰ ਉਹਨਾਂ ਨੂੰ ਨੌਕਰੀ ਨਾ ਮਿਲੇ ਤਾਂ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਂਦਾ ਹੈ, ਰਾਈਟ। ਤਾਂ ਹੁਣ ਉਹਨਾਂ ਨੂੰ ਸਿਗਨੀਫਿਕੈਂਟ ਟਾਈਮ ਮਿਲ ਜਾਏਗਾ ਬਿਫੋਰ ਦੇ ਹਸਲ ਫॉर ਅ ਜੌਬ, ਠੀਕ ਹੈ। ਉਹਨਾਂ ਨੂੰ ਡਰ ਨਹੀਂ ਰਹੇਗਾ ਕਿ ਉਹਨਾਂ ਨੂੰ
ਵਾਪਿਸ ਭੇਜ ਦਿੱਤਾ ਜਾਏਗਾ, ਉਹਨਾਂ ਦਾ ਵੀਜ਼ਾ ਕੈਂਸਲ ਕਰ ਦਿੱਤਾ ਜਾਏਗਾ, ਇਹ ਸਭ ਇਸ਼ੂਜ਼ ਘਟ ਜਾਣਗੇ, ਰਾਈਟ। ਉਸ ਤੋਂ ਬਾਅਦ ਕੌਂਸੂਲੇਟ ਐਸਟੈਬਲਿਸ਼ ਕੀਤੀ ਜਾਏਗੀ। ਦਿੱਲੀ 'ਚ ਤਾਂ ਦੇਖੋ ਆਲਰੇਡੀ ਹੈ, ਫਰਾਂਸ ਵਿੱਚ ਪੈਰਿਸ 'ਚ ਇੰਡੀਆ ਦੀ ਆਲਰੇਡੀ ਹੈ, ਬਟ ਉਹਨੇ ਇੱਕ ਹੋਰ ਆਫਿਸ ਖੋਲ ਰਹੇ ਨੇ, ਜਿਵੇਂ ਇੰਡੀਆ ਵਿਲ ਓਪਨ ਇਨ ਮਾਰਸੇਲ ਐਂਡ ਫਰਾਂਸ ਵਿਲ ਓਪਨ ਇਨ ਹੈਦਰਾਬਾਦ, ਠੀਕ ਹੈ। ਇਹ ਬਹੁਤ ਹੀ ਫਿਊ ਕੰਟਰੀਜ਼ ਹੈ ਜਿਨ੍ਹਾਂ ਦੇ ਮਲਟੀਪਲ ਐਮਬੈਸੀਜ਼ ਜਾਂ ਕੌਂਸੂਲੇਟਸ ਹੈਗੇ ਨੇ ਕੰਟਰੀਜ਼ 'ਚ, ਜਿਵੇਂ ਆਪਣੇ ਇੰਡੀਆ ਵਿੱਚ ਬੰਗਲਾਦੇਸ਼ ਦੇ ਨਾਲ ਆਪਣਾ ਚੇਨਈ ਵਿੱਚ ਵੀ ਉਹਨਾਂ ਦੇ ਇੱਕ ਸੈਂਟਰ ਹੈ, ਰਾਈਟ, ਬਿਕੋਜ਼ ਮੈਡੀਕਲ ਟੂਰਿਜ਼ਮ ਬਹੁਤ ਆਉਂਦਾ ਬੰਗਲਾਦੇਸ਼ ਤੋਂ। ਤਾਂ ਫਿਰ ਉਹੀ ਕੰਟਰੀਜ਼ ਨਾਲ ਜਿਨ੍ਹਾਂ ਨਾਲ ਆਪਣਾ ਕੋਈ ਬਹੁਤ ਪਰਪਸਫੁਲ ਰਿਲੇਸ਼ਨ ਹੈ, ਇਸ ਸੈਕਿੰਡ ਸੈਂਟਰ ਖੋਲ੍ਹਿਆ ਜਾਂਦਾ ਹੈ। ਦਿਸ ਇਜ਼ ਅਗੇਨ ਸਿਗਨੀਫਿਕੈਂਟ ਡਿਵੈਲਪਮੈਂਟ। ਦੈਨ ਰਿਸਰਚ ਦੇ ਫੀਲਡ ਵਿੱਚ ਦੋਨੋਂ ਕੰਟਰੀਜ਼ ਕੋਲੈਬੋਰੇਟ ਕਰਨਗੀਆਂ, ਸਪੋਰਟਸ 'ਚ ਵੀ ਅੱਗੇ ਜਾ ਕੇ ਕੋਲੈਬੋਰੇਸ਼ਨ ਕਰਨ ਦੀ ਇੰਟੈਂਟ ਹੈਗਾ ਏ, ਐਂਡ ਦੈਨ ਸਿਵਲ ਸੁਸਾਇਟੀ ਵੀ ਮਿਲ ਕੇ ਸੋਸ਼ਲ ਇਸ਼ੂਜ਼ ਨੂੰ ਸੋਲਵ ਕਰਨ ਵਿੱਚ ਕੋਲੈਬੋਰੇਟ ਕਰਨਗੀਆਂ, ਰਾਈਟ। ਇਹ ਸਾਰੇ ਪੁਆਇੰਟ ਤੁਸੀਂ ਯਾਦ ਰੱਖਣੇ ਹੈ। You can make mnemonics, ये तीनों pillars याद रखो, नाल mnemonics बनाओ, so that you can learn this information, because this is what is going to get you marks। इंडिया फ्रांस से क्वेश्चन आना भी काफी लाजमी है, क्योंकि 25 साल हो गए हैं पार्टनरशिप में। So learn these points so that you can write a impressive to this। ठीक है जी, this is about it। Now next topic, जन विश्वास अमेंडमेंट बिल। जन विश्वास, ठीक है, जिमें बिल का नाम कह रहा है पीपल ट्रस्ट, राइट। देखो इंडिया विच बहुत सारे कॉलोनियल लॉज है ਜਿਹੜੇ ਕਿ ਸਾਨੂੰ ਕਾਫੀ ਪਰੇਸ਼ਾਨ ਕਰਦੇ ਆ, ਸਪੈਸ਼ਲੀ ਛੋਟੀ ਛੋਟੀ ਚੀਜ਼ਾਂ ਨੂੰ ਵੀ ਉਹਨਾਂ ਨੇ ਕ੍ਰਿਮੀਨਲਾਈਜ਼ ਕੀਤਾ ਹੋਇਆ ਹੈ। ਤੁਸੀਂ ਸਮਝਦੇ ਹੋਵੋਗੇ, ਇੱਕ ਤਾਂ ਹੁੰਦੇ ਆ ਸਿਵਲ ਕੇਸਿਸ, ਇੱਕ ਹੁੰਦਾ ਕ੍ਰਿਮੀਨਲ ਕੇਸਿਸ। ਤਾਂ ਇੰਡੀਆ ਵਿੱਚ ਬ੍ਰਿਟਿਸ਼ ਦੇ ਕਰਕੇ ਛੋਟੇ ਛੋਟੇ ਆਫੈਂਸਿਸ ਨੂੰ ਵੀ ਕ੍ਰਿਮੀਨਲ ਆਫੈਂਸਿਸ ਮੰਨਿਆ ਜਾਂਦਾ ਹੈ, ਬਿਕੋਜ਼ ਬ੍ਰਿਟਿਸ਼ ਸਾਡੇ ਤੇ ਰਾਜ ਕਰਦੇ ਸੀ, ਸਾਡਾ ਸਾਰਾ ਲੀਗਲ ਸਿਸਟਮ ਉੱਥੋਂ ਹੀ ਓਰੀਜਿਨੇਟ ਹੋਇਆ ਹੈ। ਸਾਡਾ ਆਈਪੀਸੀ, ਸੀਆਰਪੀਸੀ ਤੇ ਬਹੁਤ ਸਾਰੇ ਲॉज, ਸੈਡੀਸ਼ਨ ਲਾਅ ਹੋ ਗਿਆ, ਇਹ ਜੋ ਬਹੁਤ ਸੈਕਸ਼ਨ 377 ਜਿਹੜਾ ਹੋਮੋਸੈਕਸ਼ੁਅਲਿਟੀ ਨੂੰ ਕ੍ਰਿਮੀਨਲਾਈਜ਼ ਕਰਦਾ ਹੈ। ਤਾਂ ਇਹ ਜਿਹੀ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਬ੍ਰਿਟਿਸ਼ ਤੋਂ ਓਰੀਜਿਨੇਟ ਹੁੰਦੀਆਂ ਹੈ, ਤਾਂ ਉਹਨਾਂ ਨੇ ਸਾਨੂੰ ਕੰਟਰੋਲ 'ਚ ਰੱਖਣ ਲਈ ਸਟ੍ਰਿਕਟ ਤੋਂ ਸਟ੍ਰਿਕਟ ਪਨਿਸ਼ਮੈਂਟ ਈਵਨ ਛੋਟੇ ਕ੍ਰਾਈਮਸ ਲਈ, ਸਿਵਲ ਕ੍ਰਾਈਮਸ ਲਈ ਵੀ ਰੱਖੀ ਹੋਈ ਸੀ, ਜਿਵੇਂ ਕਿ ਸੈਕਸ਼ਨ 377 ਹੋਮੋਸੈਕਸ਼ੁਅਲਿਟੀ ਨੂੰ ਕ੍ਰਿਮੀਨਲਾਈਜ਼ ਕੀਤਾ ਹੋਇਆ ਹੈ, ਰਾਈਟ। ਤਾਂ ਹੁਣ ਇੰਡੀਆ ਕਿਆ ਕਰ ਰਿਹਾ ਹੈ ਕਿ ਜਨ ਵਿਸ਼ਵਾਸ ਬਿੱਲ ਲਿਆ ਰਿਹਾ ਹੈ, ਜਿਹਦੇ ਵਿੱਚ ਇਹ ਗਵਰਨਮੈਂਟ ਦਾ ਮੋਟਿਵ ਹੋਣਾ ਹੈ ਕਿ ਅਸੀਂ ਲੋਕਾਂ ਤੇ ਵਿਸ਼ਵਾਸ ਕਰੀਏ, ਛੋਟੇ ਮਾਈਨਰ ਆਫੈਂਸਿਸ ਲਈ ਲੋਕਾਂ ਨੂੰ ਕ੍ਰਿਮੀਨਲ ਆਫੈਂਸ ਦੀ ਕੈਟੇਗਰੀ ਵਿੱਚ ਨਾ ਕੰਸੀਡਰ ਕੀਤਾ ਜਾਵੇ। ਸੋ ਮਾਈਨਰ ਆਫੈਂਸਿਸ ਵਿਲ ਬੀ ਡੀਕ੍ਰਿਮੀਨਲਾਈਜ਼ਡ, ਜਾਂ ਉਹਨਾਂ ਨੂੰ ਕ੍ਰਿਮੀਨਲ ਆਫੈਂਸ ਨਹੀਂ ਕੰਸੀਡਰ ਕੀਤਾ ਜਾਏਗਾ, ਦੇ ਵਿਲ ਬੀ ਕੰਸੀਡਰਡ ਅੰਡਰ ਸਿਵਿਲੀਅਨ ਕੈਟੇਗਰੀ, ਜਿਸ 'ਚ ਪਨਿਸ਼ਮੈਂਟ ਘੱਟ ਹਾਰਸ਼ ਹੁੰਦੀ ਹੈ, ਜਲਦੀ ਇਹ ਕੇਸਿਸ ਸੋਲਵ ਕਰ ਦਿੱਤੇ ਜਾਂਦੇ ਹੈ, ਐਂਡ ਸਮਝੌਤਾ ਵਗੈਰਾ ਈਜ਼ੀ ਹੁੰਦਾ ਹੈ। ਸੋ ਡੀਕ੍ਰਿਮੀਨਲਾਈਜੇਸ਼ਨ ਵਿਲ ਬੀ ਫੋਕਸਡ, ਠੀਕ ਹੈ। ਇਹਦਾ ਬਹੁਤ ਵੱਡਾ ਸਿਗਨੀਫਿਕੈਂਸ ਹੈ ਇਸ ਲਾਅ ਦਾ, ਲੋਕਾਂ ਲਈ ਈਜ਼ ਆਫ ਲਿਵਿੰਗ ਹੋਏਗੀ, ਛੋਟੀ ਛੋਟੀ ਚੀਜ਼ ਲਈ ਕ੍ਰਿਮੀਨਲ ਕੇਸਿਸ ਨਹੀਂ ਫਾਈਲ ਹੋਣਗੇ, ਈਜ਼ ਆਫ ਡੂਇੰਗ ਬਿਜ਼ਨਸ ਹੋਏਗੀ। ਬਹੁਤ ਸਾਰੇ ਬਿਜ਼ਨਸਮੈਨ ਨੂੰ ਇਹੋ ਜਿਹੇ ਕੇਸਿਸ 'ਚ ਫਸਾਇਆ ਜਾਂਦਾ ਸੀ, ਕ੍ਰਿਮੀਨਲ ਕੇਸਿਸ 'ਚ, ਜਿਹਦੀ ਵਜ੍ਹਾ ਤੋਂ ਬਿਜ਼ਨਸਿਸ ਇੰਪੈਕਟ ਹੁੰਦੇ ਸੀਗੇ, ਤਾਂ ਉਹ ਤੋਂ ਵੀ ਆਪਾਂ ਨੂੰ ਰਾਹਤ ਮਿਲੇਗੀ। ਇਹਨਾਂ ਲਾਅਸ ਕਰਕੇ ਪੁਲਿਸ ਜਾਂ ਪੁਲਿਸ ਦੀ ਏਜੰਸੀਜ਼ ਜਿਹੜੀਆਂ ਕਾਫੀ ਕਰਪਟ ਐਕਟੀਵਿਟੀਜ਼ 'ਚ ਇਨਵੋਲਵ ਹੁੰਦੀਆਂ ਸੀ, ਤਾਂ ਉਹ ਮੈਲਡੀ ਆਫ ਕਰਪਸ਼ਨ ਵੀ ਘੱਟ ਹੋਏਗਾ। ਸਿਟੀਜ਼ਨਸ ਦਾ ਐਡਮਿਨਿਸਟ੍ਰੇਸ਼ਨ ਤੇ ਟਰਸਟ ਵਧੇਗਾ, ਰਿਲੇਸ਼ਨਸ਼ਿਪ ਜਿਹੜਾ ਇੰਪਰੂਵ ਹੋਏਗਾ, ਕਿਉਂਕਿ ਹਰਾਸਮੈਂਟ ਦਾ ਸਕੋਪ ਜਿਹੜਾ ਹੈ ਉਹ ਘੱਟ ਹੋ ਜਾਏਗਾ, ਸਪੈਸ਼ਲੀ ਛੋਟੇ ਛੋਟੇ ਕੇਸਿਸ ਦੀ, ਰਾਈਟ। ਐਂਡ ਫਾਈਨਲੀ ਜੁਡੀਸ਼ਰੀ ਦਾ ਬਰਡਨ ਘੱਟ ਹੋਏਗਾ, ਇੰਨੇ ਕੇਸਿਸ ਜਿਹੜੇ ਕ੍ਰਿਮੀਨਲ ਕੇਸਿਸ ਪਏ ਰਹਿੰਦੇ ਹੈ ਉਹ ਕਾਫੀ ਘੱਟ ਹੋਣਗੇ। ਸਿਵਲ ਕੇਸਿਸ ਜਿਹੜੇ ਹੈ ਉਹ ਲੋਅਰ ਲੈਵਲ ਤੇ ਵੀ ਸੋਲਵ ਹੋ ਜਾਂਦੇ ਆ, ਪੰਚਾਇਤ ਲੈਵਲ ਤੇ ਵੀ, ਨਿਆਏ ਪੰਚਾਇਤ ਲੈਵਲ ਤੇ ਸੋਲਵ ਹੋ ਜਾਂਦੇ ਆ, ਸਿਵਿਲੀਅਨ ਕੋਰਟਸ ਹੁੰਦੇ ਹੈ, ਨਿਆਏ ਬਹੁਤ ਸਾਰੇ ਅਲੱਗ ਅਰੇਂਜਮੈਂਟਸ ਹੈ। ਆਰਬਿਟ੍ਰੇਸ਼ਨ ਦੇ ਥਰੂ ਈਜ਼ੀਲੀ ਸਿਵਿਲੀਅਨ ਕੇਸ ਜਿਹੜੇ ਸੋਲਵ ਹੋ ਜਾਂਦੇ ਆ, ਜਦਕਿ ਕ੍ਰਿਮੀਨਲ ਕੇਸਿਸ ਲਈ ਕਾਫੀ ਲੰਬਾ ਪ੍ਰੋਸੀਜਰ, ਸਟ੍ਰਿਕਟ ਪਨਿਸ਼ਮੈਂਟ ਤੇ ਵੇਸਟੇਜ ਆਫ ਟਾਈਮ, ਜੁਡੀਸ਼ੀਅਲ ਰਿਸੋਰਸਿਸ ਐਂਡ ਮਨੀ ਹੁੰਦਾ ਹੈ, ਰਾਈਟ। ਸੋ ਦਿਸ ਇਜ਼ ਅ ਵੈਰੀ ਸਿਗਨੀਫਿਕੈਂਟ ਬਿਲ, ਇਹਨੂੰ ਆਪਾਂ ਟਰੈਕ 'ਚ ਰੱਖਾਂਗੇ। ਗਵਰਨੈਂਸ ਦੇ ਏਰੀਆ ਵਿੱਚ ਆਪਣੇ ਤੋਂ ਇਹ ਤੇ ਕੁਐਸਚਨ ਪੁੱਛਿਆ ਜਾ ਸਕਦਾ ਹੈ, ਅਦਰਵਾਈਜ਼ ਆਲਸੋ ਅਸੀਂ ਇਹਨੂੰ ਆਪਣੇ ਆਪ ਆਪਦੇ ਆਨਸਰਸ ਜਾਂ ਐਥਿਕਸ ਦੇ ਆਨਸਰਸ, ਗਵਰਨੈਂਸ ਇਨ ਐਥਿਕਸ ਦੇ ਆਨਸਰਸ ਤੇ ਐਸੇਸ 'ਚ ਯੂਜ਼ ਕਰ ਸਕਦੇ ਹਾਂ, ਰਾਈਟ। ਤੇ ਇਹਨੂੰ ਆਪਾਂ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ। ਫਾਈਨਲੀ ਚੰਦਰਯਾਨ ਤਾਂ ਆਪਾਂ ਬਹੁਤ ਡਿਟੇਲ ਵਿੱਚ ਪ੍ਰੀਵੀਅਸ ਡਿਸਕਸ਼ਨਸ 'ਚ ਕਰ ਚੁੱਕੇ ਹਾਂ।
ਇਹ ਸਿਰਫ ਇੱਕ ਡਾਇਗਰਾਮ ਆਈ ਸੀ, ਮੈਨੂੰ ਲੱਗਿਆ ਤੁਸੀਂ ਯੂਜ਼ ਕਰ ਸਕਦੇ ਹੋ। ਦਿਸ ਇਜ਼ ਜਸਟ ਸ਼ੋਇੰਗ ਦੀ ਸਟੇजेस ਚੰਦਰਯਾਨ 3 ਵਿੱਚ ਕਿਹੜੀ ਹੈ, ਸੋਲਿਡ ਸਟੇਜ, ਲਿਕੁਇਡ ਸਟੇਜ, ਕ੍ਰਾਇਓਜੈਨਿਕ ਸਟੇਜ ਤੇ ਸਾਡੇ ਨਾਲ ਉੱਤੇ ਹੈ ਉਹਦਾ ਪੇਲੋਡ। ਇਸ ਤਰੀਕੇ ਦਾ ਡਾਇਗਰਾਮ ਚੰਦਰਯਾਨ 3 ਦੇ ਕੁਐਸਚਨ 'ਚ ਤੁਸੀਂ ਬਣਾ ਸਕਦੇ ਹੋ। this diagram alone can fetch you extra marks, right? This is what we teach in the mentorship program also, ਕਿ ਕਿਵੇਂ ਤੁਸੀਂ ਆਪਦੇ answers ਦੀ quality ਵਧਾਣੀ ਹੈ। if you want to know more such tricks and techniques to achieve maximum marks, ठीक है, results से focus करो, do not focus on anything else, just join the program, do not think much, invest in your future, get the best, right? Message us on this number and reach out to us. Thank you so much for joining.